ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਿਹਨ ਜਿਹ रूप रंग अर रेख भेख को कह ना सकत केह अचल मूरत अनपहु प्रकाश अमतोज कहिजै कोट इंदर इंदराण साहे सहान गणिजै त्रिभुवन महीप सुर नर असुर नेत नेत बन तृण कहत त्वै सर्वनाम कथै कवन कर्म नाम वर्णत सुमत त्वै सर्वनाम कथै कवन कर्म नाम वर्णत सुमत। सतनाम श्री वाहिगुरु साहिब जी। पातशाही दसवीं त्वै प्रसाद चलितर 76वां दोहरा। पुन मंत्री ऐसे कहियो सुने कथा निरपाल ते ही चोर चरित्र एक कियो सो कहो उताल। पुन मंत्री ऐसे कहियो सुने कथा निरपाल ते ही चोर चरित्र एक कियो सो कहो उताल। वाहिगुरु जी का खालसा वाहिगुरु जी की फतेह। गुरु प्यारी साध संगत जी, आप जी सरवण कर रहे हो श्री चरित्रों पाखियां दी पावन गुरबाणी दी विचार। सो सतगुरु जी दी बख्शिश दे नाल जो 75 चरित्र ਹਨ विचार ਸਹਿਤ हो चुके ने। सो अज 76वां चरित्र जो है ਉਹਦੀ ਵਿਚਾਰ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਕਰਨੀ ਹੈ। ਤਾਂ ਤੇ ਗਰੀਬ ਨਵਾਜ ਪਾਤਸ਼ਾਹ ਬਚਨ ਫਰਮਾਉਂਦੇ ਨੇ ਦੋਹਰਾ। ਪੁਨ ਮੰਤਰੀ ਐਸੇ ਕਹਿਓ ਸੁਨਿਐ ਕਥਾ ਨਿਰਪਾਲ। ਸਾਹਿਬ ਜੀ ਫਰਮਾਉਂਦੇ ਹਨ ਕਿ ਵਜ਼ੀਰ ਨੇ ਰਾਜੇ ਨੂੰ ਇਵੇਂ ਹੀ ਗੱਲ ਸੁਣਾਉਂਦਿਆਂ ਹੋਇਆਂ ਉਹ ਆਖਣ ਲੱਗਾ, ਹੈ ਰਾਜਨ, ਕਿ ਉਸੇ ਹੀ ਚੋਰ ਨੇ ਇੱਕ ਹੋਰ ਚਰਿੱਤਰ ਜਿਹੜਾ ਸੀ ਕਿ ਜਿਵੇਂ ਅਸੀਂ ਪਿੱਛੇ 75ਵਾਂ ਚਰਿੱਤਰ ਕਰਜ਼ਦਾਰ ਚੋਰ ਦਾ ਸੁਣ ਕੇ ਆਏ ਹਾਂ, ਜਿਵੇਂ ਉਸਨੇ ਮੁਗਲ ਨੂੰ ਠੱਗਿਆ ਤੇ ਮੁਗਲ ਨੂੰ ਠੱਗਣ ਤੋਂ ਬਾਅਦ ਉਸਨੇ ਅਗਲਾ ਆਪਣਾ ਚਰਿੱਤਰ ਜਿਹੜਾ ਸੀ ਛਲ ਕਪਟ ਭਰਿਆ ਕਿਹੜਾ ਖੇਡਿਆ। ਉਹ ਆਖਣ ਲੱਗਾ ਤੇ ਹੀ ਚੋਰ ਚਰਿੱਤਰ ਇੱਕ ਕਿਉ ਸੋ ਕਹੋ ਉਤਾਲ। ਆਖਣ ਲੱਗਾ ਉਸ ਚੋਰ ਨੇ ਇੱਕ ਹੋਰ ਛਲ ਕਪਟ ਕੀਤਾ, ਉਹਨੂੰ ਵੀ ਛੇਤੀ ਹੀ ਮੈਂ ਤੁਹਾਨੂੰ ਸੁਣਾਉਂਦਾ ਹਾਂ। ਚਾਓ ਪਈ ਜਬ ਤਸਕਰ ਤਨ ਤੁਰਾ ਚੁਰਾਇਓ ਪੁਨ ਤਾਕੇ ਚਿਤ ਮੈਂ ਇਉਂ ਆਇਓ। ਵਜ਼ੀਰ ਆਖਣ ਲੱਗਾ ਜਿਸ ਵੇਲੇ ਚੋਰ ਨੇ ਧਨ ਵੀ ਚੁਰਾਇਆ ਘੋੜਾ ਵੀ ਚੁਰਾ ਲਿਆ, ਫਿਰ ਉਹਦੇ ਮਨ ਦੇ ਵਿੱਚ ਇਉਂ ਵਿਚਾਰ ਆਇਆ, ਹੱਥ ਪੁੱਤ ਏਕ ਚਰਿੱਤਰ ਬਣਾਈਐ ਤ੍ਰਿਆ ਸੁੰਦਰ ਜਾਤੇ ਗ੍ਰਹਿ ਪੈ। ਉਹਦੇ ਮਨ ਦੇ ਵਿੱਚ ਉਹ ਵਿਚਾਰ ਆਇਆ ਕਿ ਇੱਕ ਐਸਾ ਛਲ ਕਪਟ ਖੇਡਿਆ ਜਾਵੇ ਜਿਹਦੇ ਨਾਲ ਇੱਕ ਸੁੰਦਰ ਇਸਤਰੀ ਦੀ ਪ੍ਰਾਪਤੀ ਹੋਵੇਗੀ। ਹੁਣ ਧਨ ਦੌਲਤ ਵੀ ਕੋਲ ਹੈ, ਘੋੜਾ ਵੀ ਕੋਲ ਹੈ, ਤੇ ਹੁਣ ਇੱਕ ਇਸਤਰੀ ਵੀ ਆਪਣੇ ਕੋਲ ਹੋਣੀ ਚਾਹੀਦੀ ਹੈ। ਦੋਹਰਾ। ਧਾਮ ਜਵਾਈ ਆਪਨੋ ਰਾਖਿਓ ਨਾਮ ਬਣਾਏ। ਉਸ ਚੋਰ ਨੇ ਕੀ ਕੀਤਾ ਕਿ ਪਹਿਲਾਂ ਆਪਣਾ ਨਾਮ ਛਲ ਕਪਟ ਕਰਨ ਵਾਸਤੇ ਮੁਗਲ ਨੂੰ ਠੱਗਣ ਵਾਸਤੇ ਨਾਮ ਰੱਖਿਆ ਸੀ ਕਰਜ਼ਦਾਰ। ਹੁਣ ਉਸਨੇ ਕਿਸੇ ਦੀ ਧੀ ਨੂੰ ਚੁਰਾਉਣ ਵਾਸਤੇ ਕਿਸੇ ਦੀ ਲੜਕੀ ਚੁਰਾਉਣ ਵਾਸਤੇ ਆਪਣਾ ਨਾਮ ਰੱਖ ਲਿਆ ਘਰ ਜਵਾਈ। ਵਿਧਵਾ ਤ੍ਰਿਆ ਕੇ ਧਾਮ ਮੈਂ ਢੇਰਾ ਕੀਨੋ ਜਾਏ। ਤੇ ਇੱਕ ਇਸਤਰੀ ਸੀ ਜੋ ਵਿਧਵਾ ਸੀ, ਉਹਦੇ ਘਰ ਵਿੱਚ ਜਾ ਕੇ ਇਸਨੇ ਆਪਣਾ ਡੇਰਾ ਲਾ ਲਿਆ ਹੈ। ਚਾਓ ਪਈ ਵਾਕੇ ਹਿਰਦੈ ਆਨੰਦਤ ਪਹਿਓ ਮੋਰੇ ਧਾਮ ਪੂਤ ਬਿਦ ਦਇਓ। ਉਹ ਇਸਤਰੀ ਬਿਰਧ ਤੇ ਵਿਧਵਾ ਸੀ, ਮਨ ਚ ਬੜੀ ਖੁਸ਼ ਹੋਈ ਕਿ ਪ੍ਰਮਾਤਮਾ ਨੇ ਤਾਂ ਉਸਨੂੰ ਪਲਿਆ ਪਲਾਇਆ ਇੱਕ ਪੁੱਤਰ ਦੇ ਦਿੱਤਾ ਹੈ। ਧਾਮ ਜਵਾਈ ਨਾਮ ਦਿੱਤਾਇਓ ਆਦਰ ਕੈ ਭੋਜਨ ਇਹ ਖਵਾਇਓ। ਚੋਰ ਨੇ ਆਪਣਾ ਨਾਮ ਉਸ ਬਿਰਧ ਇਸਤਰੀ ਨੂੰ ਆਪਣਾ ਨਾਮ ਦੱਸਿਆ ਘਰ ਜਵਾਈ,
ਸਤਿਕਾਰ ਦੇ ਨਾਲ ਸਗੋਂ ਉਸਨੇ ਉਸ ਮਾਤਾ ਨੂੰ ਭੋਜਨ ਤਿਆਰ ਕਰਕੇ ਖਵਾਇਆ। ਐਸੀ ਭਾਂਤ ਬਰਸਤ ਬੀਤੀ ਵਹੀ ਤ੍ਰਿਆ ਦੁਖ ਤੇ ਪਹੀ ਨ ਚੀਤੀ। ਇਵੇਂ ਅੱਜ 1 ਸਾਲ ਪੂਰਾ ਬਤੀਤ ਹੋ ਗਿਆ। ਉਹ ਚੋਰ ਘਰ ਜਵਾਈ ਆਪਣਾ ਨਾਂ ਰਖਾ ਕਰਕੇ ਉਸ ਮਾਤਾ ਦੇ ਘਰ ਦੇ ਵਿੱਚ ਹੀ ਰਹਿ ਰਿਹਾ ਸੀ ਤੇ ਉਹ ਇਸਤਰੀ ਇੱਕ ਤਰ੍ਹਾਂ ਉਸਨੂੰ ਆਪਣਾ ਪੁੱਤਰ ਸਮਝ ਕਰਕੇ ਹਰ ਪ੍ਰਕਾਰ ਦੇ ਦੁੱਖ ਫਿਕਰ ਤੋਂ ਛੁੱਟ ਚੁੱਕੀ ਸੀ। ਪਰ ਉਸਨੂੰ ਕੋਈ ਵੀ ਨਿਸ਼ਚਿੰਤ ਸੀ ਦੁੱਖ ਫਿਕਰਾਂ ਤੋਂ, ਉਹਨੂੰ ਕੋਈ ਦੁੱਖ ਦੇ ਫਿਕਰ ਨਹੀਂ ਸੀ ਕਿ ਉਹਨੂੰ ਖੁਸ਼ੀ ਹੁੰਦੀ ਸੀ ਕਿ ਪ੍ਰਮਾਤਮਾ ਨੇ ਇੱਕ ਪਲਿਆ ਪਲਾਇਆ ਉਸਨੂੰ ਪੁੱਤਰ ਦਿੱਤਾ ਹੈ ਜੋ ਉਹਦਾ ਬਹੁਤ ਖਿਆਲ ਰੱਖਦਾ ਹੈ। ਵਹਿ ਤਿਹ ਘਰ ਕੋ ਕਾਮ ਚਲਾਵੈ ਵਿਧਵਾ ਬਧੂ ਖਿਦ ਨਹਿ ਪਾਵੈ। ਉਹ ਚੋਰ ਸਾਰੇ ਘਰ ਦੇ ਕੰਮ ਕਰਦਾ, ਇਸ ਤਰ੍ਹਾਂ ਵਿਧਵਾ ਇਸਤਰੀ ਨੂੰ ਕਿਸੇ ਪ੍ਰਕਾਰ ਦਾ ਕੋਈ ਵੀ ਦੁੱਖ ਨਹੀਂ ਰਹਿੰਦਾ ਸੀ। ਦੋਹਰਾ ਕੇਤਕ ਦਿਨ ਤਹਿ ਚੱਲ ਗਇਓ ਤਾਂ ਕੀ ਸੁਤਾ ਚਰਾਏ। ਇਵੇਂ ਕਾਫੀ ਸਮਾਂ ਬਤੀਤ ਹੁੰਦਾ ਰਿਹਾ ਤੇ ਉਹ ਵਿਧਵਾ ਇਸਤਰੀ ਇਹ ਸੋਚ ਕੇ ਖੁਸ਼ ਸੀ ਕਿ ਇਹ ਤਾਂ ਪੁੱਤਰ ਦੀ ਨਹੀਂ ਕੰਮ ਕਰਦਾ ਹੈ, ਸਾਰੇ ਮੈਨੂੰ ਖੁਸ਼ ਰੱਖਦਾ ਹੈ, ਰੋਟੀ ਪਾਣੀ ਵੀ ਟਾਈਮ ਨਾਲ ਦਿੰਦਾ ਹੈ। ਪਰ ਉਸਨੂੰ ਇਹ ਨਹੀਂ ਸੀ ਪਤਾ ਕਿ ਇਹ ਤਾਂ ਚੋਰੀ ਕਰਨ ਵਾਸਤੇ ਘਰ ਦੇ ਵਿੱਚ ਵੜਿਆ ਹੋਇਆ ਹੈ। ਕਾਫੀ ਦਿਨ ਬਤੀਤ ਹੋ ਜਾਣ ਤੋਂ ਬਾਅਦ ਉਸਨੇ ਕੀ ਕੀਤਾ ਕਿ ਉਹ ਵਿਧਵਾ ਦੀ ਇੱਕ ਲੜਕੀ ਸੀ ਉਸ ਨੂੰ ਚੁਰਾ ਕੇ ਲੈ ਗਿਆ। ਤ੍ਰਿਆ ਰੋਵਤ ਕੁੱਟਵਾਰ ਕੇ ਤੱਟ ਚਟਕੂ ਕੀ ਜਾਏ। ਕਿ ਉਹ ਇਸਤਰੀ ਰੋਂਦੀ ਪਿੱਟਦੀ ਹੋਈ ਕੋਤਵਾਲ ਦੇ ਪਾਸ ਜਾ ਕੇ ਰੋਈ, ਬਹੁਤ ਵਿਰਲਾਪ ਕੀਤਾ। ਚਾਉ ਪਈ ਤਾਮ ਜਵਾਈ ਦੁਹਿਤਾ ਹਰੀ ਦੇਖੇ ਦੇਵ ਕਹਾ ਇਹ ਕਰੀ। ਉਹ ਆਖਣ ਲੱਗੀ ਕਿ ਵੇਖੋ ਘਰ ਜਵਾਈ ਨੇ ਮੇਰੀ ਧੀ ਚੁਰਾ ਲਈ ਹੈ ਤੇ ਵੇਖੋ ਪ੍ਰਮਾਤਮਾ ਨੇ ਮੇਰੇ ਨਾਲ ਕੀ ਭਾਣਾ ਵਰਤਾਇਆ ਹੈ। ਸੂਰ ਅਦੋਤ ਗਇਓ ਨਹੀਂ ਆਇਓ ਮੈਂ ਤਿਨ ਕੋ ਕਛ ਸੋ ਦਿਨ ਪਾਇਓ। ਆਖਣ ਲੱਗੀ ਸੂਰਜ ਉਗਦਿਆਂ ਸਾਰ ਹੀ ਉਹ ਨਿਕਲ ਗਿਆ ਸੀ ਤੇ ਮੈਨੂੰ ਉਹਦੀ ਬਿਲਕੁਲ ਕੋਈ ਖਬਰ ਨਹੀਂ ਕਿ ਮੇਰੀ ਧੀ ਨੂੰ ਕਿੱਥੇ ਲੈ ਕੇ ਚਲਾ ਗਿਆ ਹੈ। ਤੇ ਹੁਣ ਦੇਖੋ ਸੂਰਜ ਡੁੱਬ ਚੁੱਕਾ ਹੈ, ਸਾਰਾ ਦਿਨ ਬਤੀਤ ਹੋ ਗਿਆ ਏ, ਅਜੇ ਤੱਕ ਵਾਪਸ ਨਹੀਂ ਆਇਆ, ਮੈਨੂੰ ਇਹਦੀ ਕੋਈ ਖਬਰ ਸਾਰ ਨਹੀਂ ਮਿਲ ਰਹੀ। ਕਾਜੀ ਕੋਟ ਬਾਰ ਜਬ ਸੁਨਿਓ ਦਹੂ ਬਿਹਸ ਕੇ ਮਾਥੋ ਧੁਨਿਓ। ਕਾਜੀ ਤੇ ਕੋਤਵਾਲ ਨੇ ਜਦ ਉਸ ਮਾਈ ਦੀਆਂ ਗੱਲਾਂ ਨੂੰ ਸੁਣਿਆ ਤਾਂ ਦੋਹਾਂ ਨੇ ਹੱਸ ਕੇ ਮੱਥਾ ਹਿਲਾਇਆ। ਜਾ ਕੋ ਸੁਤਾ ਦਾਨ ਤੈਂ ਦਇਓ ਕਹਾਂ ਪਹਿਓ ਜੋ ਗ੍ਰਹਿ ਲੈ ਗਇਓ। ਉਹ ਅੱਗੋਂ ਆਖਣ ਲੱਗੇ ਕਿ ਹੇ ਮਾਤਾ ਤੂੰ ਸ਼ਦੈਣ ਹੈ ਜਾਂ ਤੂੰ ਪਾਗਲ ਹੈ ਕਿ ਜਿਸ ਨੂੰ ਤੂੰ ਆਪਣੀ ਉਹ ਇਹੋ ਨਾਂ ਸੁਣ ਕਰਕੇ ਹੀ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਉਹਨੇ ਆਪਣਾ ਨਾਂ ਘਰ ਜਵਾਈ ਰਖਾਇਆ ਹੋਇਆ ਸੀ। ਕੋਈ ਉਹ ਮਾਤਾ ਦਾ ਉਸ ਵਿਧਵਾ ਇਸਤਰੀ ਦਾ ਘਰ ਜਵਾਈ ਨਹੀਂ ਸੀ। ਪਰ ਜਿਵੇਂ ਉਸ ਮਾਤਾ ਨੇ ਆਖਿਆ ਕਿ ਘਰ ਜਵਾਈ ਮੇਰੀ ਧੀ ਨੂੰ ਚੁਰਾ ਕੇ ਲੈ ਗਿਆ ਹੈ ਤਾਂ ਉਹ ਕੋਤਵਾਲ ਦੇ ਕਾਜੀ ਇਉਂ ਸੋਚ ਕੇ ਹੱਸਣ ਲੱਗੇ ਕਿ ਉਹ ਤਾਂ ਇਹਦਾ ਜਵਾਈ ਸੀ, ਉਹਨੇ ਤਾਂ ਇਹ ਧੀ ਨੂੰ ਖੜਨਾ ਹੀ ਸੀ ਕਿਉਂਕਿ ਇਹਨੇ ਉਹਦੇ ਨਾਲ ਵਿਆਹ ਜੋ ਕੀਤਾ ਹੋਇਆ ਆਪਣੀ ਧੀ ਦਾ। ਉਹ ਆਖਣ ਲੱਗੇ ਕਿ ਹੇ ਮਾਤਾ ਤੂੰ ਪਾਗਲ ਹੈ, ਝੱਲੀ ਹੈ, ਜਿਸਨੂੰ ਆਪਣੀ ਤੂੰ ਕੁੜੀ ਦਾ ਦਾਨ ਦੇ ਦਿੱਤਾ ਹੈ, ਉਹਨੂੰ ਆਪਣਾ ਜਵਾਈ ਬਣਾਇਆ ਹੈ ਤੇ ਉਹ ਜੇਕਰ ਤੇਰੀ ਧੀ ਨੂੰ ਲੈ ਕੇ ਚਲਾ ਗਿਆ ਹੈ ਕਿਤੇ ਫਿਰ ਕੀ ਹੋਇਆ, ਇਸ 'ਚ ਕੋਈ ਡਰਨ ਵਾਲੀ ਤਾਂ ਗੱਲ ਹੈ ਹੀ ਨਹੀਂ। ਸਭ ਹਿਨ ਤਹਿ ਝੂਠੀ ਕਰ ਮਾਨਿਓ ਭੇਦ ਅਭੇਦ ਕਛ ਹਿਰਦੈ ਨ ਜਾਣਿਓ। ਉਸ ਕਾਜੀ ਨੇ ਤੇ ਕੋਤਵਾਲ ਨੇ ਵੀ ਉਸਨੂੰ ਝੂਠਾ ਕਰਕੇ ਮੰਨਿਆ ਕਿ ਤਾਂ ਐਵੇਂ ਝੂਠ ਦੇ ਵਿੱਚ ਹੀ ਆਪਣੇ ਜਵਾਈ ਉੱਪਰ ਦੋਸ਼ ਲਗਾ ਰਹੀ ਹੈ। ਉਹਨਾਂ ਨੇ ਕੀ ਸੱਚ ਹੈ ਤੇ ਕਿਵੇਂ ਛਲ ਕਪਟ ਉਸ ਚੋਰ ਨੇ ਖੇਡਿਆ ਹੈ, ਇਸ ਗੱਲ ਦਾ ਬਿਲਕੁਲ ਵੀ ਅੰਦਾਜ਼ਾ ਉਹਨਾਂ ਨੂੰ ਬਿਲਕੁਲ ਵੀ ਨਹੀਂ ਸੀ ਤੇ ਨਾ ਹੀ ਉਹਨਾਂ ਨੇ ਜਾਣਨ ਦੀ ਕੋਈ ਕੋਸ਼ਿਸ਼ ਕੀਤੀ। ਲੂਟ ਦਰਬ ਤਾਕੋ ਸਭ ਲਿਓ ਤਬ ਹੀ ਦੇਸ਼ ਨਿਕਾਰੋ ਦਿਓ। ਤੇ ਉਸ ਕਾਜੀ ਤੇ ਕੋਤਵਾਲ ਨੇ ਕੀ ਕੀਤਾ ਕਿ ਉਹਨਾਂ ਸੋਚਿਆ ਕਿ ਇਹ ਮਾਈ ਤਾਂ ਕਿਸੇ ਉੱਪਰ ਵੀ ਝੂਠਾ ਦੋਸ਼ ਲਗਾ ਸਕਦੀ ਹੈ, ਕਿਸੇ ਨੂੰ ਦੋਸ਼ੀ ਬਣਾ ਸਕਦੀ ਹੈ ਤੇ ਇਹ ਸੋਚ ਰੱਖ ਕੇ ਉਸਨੂੰ ਇਹ ਸਜ਼ਾ ਦਿੱਤੀ। ਅਸਲ ਦੇ ਵਿੱਚ ਉਹ ਸਜ਼ਾ ਦਾ ਹੱਕਦਾਰ ਤਾਂ ਉਹ ਚੋਰ ਸੀ ਜਿਹੜਾ ਧੀ ਨੂੰ ਚੁਰਾ ਕੇ ਲੈ ਗਿਆ ਸੀ, ਪਰ ਇੱਕ ਨਿਰਦੋਸ਼ੀ ਨੂੰ ਹੀ ਸਜ਼ਾ ਮਿਲ ਗਈ ਕਿ ਉਹਦਾ ਸਾਰਾ ਧਨ ਦੌਲਤ ਘਰ ਦਾ ਚੁਰਾ ਲਿਆ ਗਿਆ, ਉਸਨੂੰ ਦੇਸ਼ ਵਿੱਚੋਂ ਨਿਕਾਲਾ ਦਿੱਤਾ ਗਿਆ, ਦੇਸ਼ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਕਿ ਜਿਵੇਂ ਇਹਨੇ ਅੱਜ ਆਪਣੇ ਜਵਾਈ ਉੱਤੇ ਦੋਸ਼ ਲਾਇਆ ਹੈ ਤੇ ਕੱਲ ਕਿਸੇ ਹੋਰ ਉੱਪਰ ਵੀ ਲਾਏਗੀ, ਕਿਸੇ ਹੋਰ ਨੂੰ ਦੋਸ਼ੀ ਬਣਾਏਗੀ, ਨਿਰਦੋਸ਼ੀ ਕਿਸੇ ਨੂੰ ਮਰਵਾ ਦੇਵੇਗੀ। ਤੇ ਇਵੇਂ ਭੇਦ ਅਭੇਦ ਜਿਹੜਾ ਅਸਲ ਦੇ ਵਿੱਚ ਗੱਲ ਸੀ ਉਹ ਗੱਲ ਕਿਸੇ ਨੂੰ ਵੀ ਸਮਝ ਵਿੱਚ ਨਾ ਆ ਸਕੀ।
ਸੋ ਇਸ ਪ੍ਰਕਾਰ ਚਰਿੱਤਰ ਦੀ ਸਮਾਪਤੀ ਕਰਦੇ ਸਹਿ ਫਰਮਾਉਂਦੇ ਹਨ ਕਿ ਇਹ ਸ਼੍ਰੀ ਚਰਿੱਤਰ ਪਖਿਆਨੇ ਪੁਰਖ ਚਰਿੱਤਰੇ ਮੰਤਰੀ ਭੂਪ ਸੰਵਾਦੇ 76ਵਾਂ ਚਰਿੱਤਰ ਸਮਾਪਤਮ ਸਤ ਸੁਭਮ ਸਤ ਅਫਜੂ। ਸਹਿ ਫਰਮਾਉਂਦੇ ਹਨ ਕਿ ਇਸ ਪ੍ਰਕਾਰ ਚਰਿੱਤਰੋਪਾਖਿਆਨ ਦੇ ਪੁਰਖ ਚਰਿੱਤਰ ਦਾ ਵਜ਼ੀਰ ਤੇ ਰਾਜੇ ਦੀ ਆਪਸੀ ਵਾਰਤਾਲਾਪ ਦਾ 76ਵਾਂ ਚਰਿੱਤਰ ਸ਼ੁਭ ਸੰਪੂਰਨ ਹੁੰਦਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸੀ ਸ਼੍ਰੀ ਚਰਿੱਤਰੋਪਾਖਿਆਨ ਦੇ ਪੁਰਖ ਚਰਿੱਤਰ ਦਾ 76ਵਾਂ ਚਰਿੱਤਰ, ਜਿਸ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ। ਸਤਿਗੁਰੂ ਜੀ ਨੇ ਆਪ ਰਹਿਮਤ ਕਰਕੇ ਜਿਸ ਦੀ ਵਿਚਾਰ ਕਰਵਾਈ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਚਰਿੱਤਰ ਦੇ ਵਿੱਚ ਵੀ ਸਾਹਿਬਾਂ ਨੇ ਸਾਨੂੰ ਇੱਕ ਚੋਰੀ ਕਰਨ ਵਾਲੇ, ਛਲ ਕਪਟ ਕਰਨ ਵਾਲੇ, ਪਰਾਇਆ ਹੱਕ ਖਾਣ ਵਾਲੇ ਇਨਸਾਨ ਦੀ ਚਤੁਰਾਈ ਬਾਰੇ ਦੱਸ ਕਰਕੇ ਸਾਨੂੰ ਸੁਚੇਤ ਕੀਤਾ ਹੈ ਕਿ ਜਿਵੇਂ ਉਸ ਚੋਰ ਦੇ ਕਰਕੇ ਇੱਕ ਨਿਰਦੋਸ਼ੀ ਨੂੰ ਹੀ ਦੋਸ਼ੀ ਠਹਿਰਾਇਆ ਗਿਆ, ਇਵੇਂ ਅੱਜ ਵੀ ਹੁੰਦਾ ਹੈ। ਪਾਪ ਕੋਈ ਹੋਰ ਕਰਦਾ ਹੈ ਪਰ ਸਜ਼ਾ ਕਿਸੇ ਹੋਰ ਨੂੰ ਭੋਗਣੀ ਪੈ ਜਾਂਦੀ ਹੈ। ਕਿ ਜਿਹੜੇ ਚੋਰ ਠੱਗੀਆਂ ਕਰਨ ਵਾਲੇ ਹਨ, ਇਹ ਇਤਨੇ ਚਲਾਕ ਹੁੰਦੇ ਹਨ, ਇਤਨੇ ਇਹ ਤੀਖਣ ਬੁੱਧੀ ਵਾਲੇ ਹੁੰਦੇ ਹਨ ਕਿ ਇਤਨੀ ਇਹਨਾਂ ਦਾ ਛਲ ਕਪਟ ਭਰਿਆ ਹੁੰਦਾ ਹੈ। ਇਵੇਂ ਕਰਕੇ ਇਹ ਵਿਉਂਤਾਂ ਬਣਾਉਂਦੇ ਹਨ ਆਪਣੀ ਬੁੱਧੀ ਦੇ ਨਾਲ, ਆਪਣੀ ਚਤੁਰਾਈ ਦੇ ਨਾਲ, ਕਿ ਪਾਪ ਤਾਂ ਇਹ ਕਰਦੇ ਹਨ ਪਰ ਇਹਨਾਂ ਦੇ ਪਾਪ ਦਾ ਫਲ ਕਿਸੇ ਹੋਰ ਨੂੰ ਭੋਗਣਾ ਪੈਂਦਾ ਹੈ। ਪਰ ਕਿਉਂਕਿ ਇੱਥੇ ਤਾਂ ਇਵੇਂ ਛਲ ਕਪਟ ਕਰ ਜਾਂਦੇ ਹਨ, ਆਪਣਾ ਪਾਪ ਨੂੰ ਛੁਪਾ ਸਕਦੇ ਹਨ, ਕਿਸੇ ਹੋਰ ਨੂੰ ਫਸਾ ਵੀ ਸਕਦੇ ਨੇ, ਪਰ ਉਸ ਪਰਮਾਤਮਾ ਦੀ ਦਰਗਾਹ ਦੇ ਵਿੱਚ ਸੱਚੋ ਸੱਚ ਹੀ ਨਿਬੇੜਾ ਹੋਣਾ ਹੈ ਇੱਕ ਦਿਨ। ਉੱਥੇ ਸੱਚਿਆਰ ਹਨ, ਉਹਨਾਂ ਨੂੰ ਹੀ ਇੱਜ਼ਤ ਮਿਲਣੀ ਹੈ। ਸੱਚ ਨੂੰ ਪਿਆਰ ਕਰਨ ਵਾਲਿਆਂ ਨੂੰ, ਸੱਚ ਉੱਪਰ ਚੱਲਣ ਵਾਲਿਆਂ ਨੂੰ ਪਿਆਰ ਮਿਲਣਾ ਹੈ, ਸਤਿਕਾਰ ਮਿਲਣਾ ਹੈ। ਪਰ ਜੋ ਝੂਠੇ ਹਨ, ਝੂਠ ਕਮਾਉਂਦੇ ਰਹੇ ਸਾਰਾ ਜੀਵਨ, ਝੂਠੇ ਕਰਮ ਕਾਂਡ, ਝੂਠੇ ਪਾਪਾਂ ਨੂੰ ਕਰਨ ਦੇ ਵਿੱਚ ਆਪਣਾ ਜੀਵਨ ਲਗਾ ਦਿੱਤਾ, ਉਹਨਾਂ ਨੂੰ ਫਿਰ ਆਖਿਰ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਅਨੇਕਾਂ ਪ੍ਰਕਾਰ ਦੀਆਂ ਸਜ਼ਾਵਾਂ ਭੁਗਤਣੀਆਂ ਪੈਂਦੀਆਂ ਹਨ। ਸੋ ਇਸੇ ਕਰਕੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਸਾਨੂੰ ਐਸੇ ਚੋਰਾਂ ਦੀ ਚਤੁਰਾਈ ਬਾਰੇ ਦੱਸ ਕਰਕੇ ਸੁਚੇਤ ਕੀਤਾ ਹੈ ਅਤੇ ਪਾਪ ਵਰਗੇ, ਚੋਰੀ ਕਰਨ ਵਰਗੇ ਜੋ ਪਾਪ ਹਨ, ਇਹਨਾਂ ਤੋਂ ਸਾਨੂੰ ਗੁਰੂ ਸਾਹਿਬ ਨੇ ਵਰਜਿਆ ਹੈ, ਸੁਚੇਤ ਕੀਤਾ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਤਨੀਆਂ ਬੇਨਤੀਆਂ ਪ੍ਰਵਾਨ ਕਰਨਾ ਜੀ। ਗੁਰਬਾਣੀ ਦੀਆਂ ਗੁਰਮਤਿ ਵਿਚਾਰਾਂ ਕਰਦਿਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਸਤਿਗੁਰੂ ਪਿਤਾ ਜੀ ਸਤਿਗੁਰਾਂ ਦੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ। ਗੁਰੂ ਸਾਹਿਬ ਜੀ ਅੱਗੇ ਤੋਂ ਸਮਤ ਬਖਸ਼ਣ ਤੱਕ ਸੱਜੇ ਢੰਗ ਦੇ ਨਾਲ ਗੁਰਬਾਣੀ ਦੀਆਂ ਗੁਰਮਤਿ ਵਿਚਾਰਾਂ ਕਰ ਸਕੀਏ। ਸੋ ਅੰਤ ਵਿੱਚ ਬੜੇ ਪਿਆਰ ਦੇ ਨਾਲ ਫਤਿਹ ਬੁਲਾਉਣਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।